अस्सलामुअलैकुम वरहमतुल्लाहि वबरकातुहू। ਤੇ ਦੂਸਰੇ ਮੇਰੇ ਸਿੱਖ ਖਾਲਸੇ ਭੈਣ ਭਰਾਵਾਂ ਨੂੰ, ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੁਹਾਡੀ ਭੈਣ ਜਬੀਨ ਸੰਧੂ ਦੋ ਰੈਸਪੀਆਂ ਹੋਰ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਆ। ਤੇ ਜ਼ਿੰਦਗੀ ਨਾ ਬੜੀ ਹੀ ਅਜੀਬ ਮੋੜ 'ਤੇ ਆ ਗਈ ਹੈ। ਅੱਛਾ, ਉਹ 6 ਤਾਰੀਖ ਨੂੰ ਮੇਰਾ ਭਾਂਜਾ ਫੌਤ ਹੋਇਆ। ਉਹ ਨਹੀਂ ਹਾਲੇ ਭੁੱਲਿਆ ਗਮ ਉਹਦਾ ਤਾਜ਼ਾ। ਅਤੇ ਸਾਡੇ ਮੁਹੱਲੇ 'ਚ ਇੱਕ ਬੜੀ ਹੀ ਤਕਲੀਫ ਦੇ ਫੌਤਗੀ ਹੋ ਗਈ। ਉਹਨਾਂ ਦਾ ਬੇਟਾ, ਮੇਰੀ ਬਾਜੀ ਬਣੇ ਹੋਏ ਆ, ਉਹਨਾਂ ਦਾ ਬੇਟਾ ਚਾਈਨਾ ਪਹਿਲੇ ਡਾਕਟਰ ਬਣ ਕੇ ਆਇਆ, ਫਿਰ ਉਹਦੀ ਜੋਬ ਹੋ ਗਈ, ਪੁਰਤਗਾਲ ਚਲਾ ਗਿਆ। ਪੁਰਤਗਾਲ 'ਚ ਹੁਣ ਪਤਾ ਲੱਗਾ ਕਿ ਉਹਦੀ ਉੱਥੇ ਵਿਚਾਰਾ ਦੀ ਵਫਾਤ ਹੋ ਗਈ ਔਰ ਉਹਦੀ ਡੈਡ ਬੋਡੀ ਹਾਲੇ ਨਹੀਂ ਆਈ। ਔਰ ਸਭ ਤੋਂ ਤਕਲੀਫ ਦੇ ਜਿਹੜੀ ਗੱਲ ਆ ਉਹ ਇਹ ਆ ਕਿ ਉਹਦੀ ਮਾਂ ਜਿਹੜੀ ਆ ਨਾ, ਉਹ ਵਿਚਾਰੀ ਉਮਰੇ 'ਤੇ ਗਏ ਹੋਏ, ਉਹਨਾਂ ਦੀ ਪੂਰੀ ਫੈਮਿਲੀ ਉਮਰੇ 'ਤੇ ਗਈ ਹੋਈ ਆ। ਉੱਥੋਂ ਆਏਗੀ ਮੰਗਲ ਨੂੰ ਜਾ ਕੇ, ਫਿਰ ਜਾ ਕੇ ਉਸ ਬੱਚੇ ਦਾ ਜਨਾਜ਼ਾ ਹੋਏਗਾ। ਯਾ ਅੱਲਾ, ਮੇਰੀ ਤੇਰੇ ਅੱਗੇ ਇਹੀ ਦੁਆ ਵਾ, ਹਮੇਸ਼ਾ ਤੋਂ ਇਹ ਦੁਆ ਵਾ, ਕਿਸੇ ਮਾਂ ਨੂੰ ਉਹਦੀ ਔਲਾਦ ਦਾ ਦੁੱਖ ਨਾ ਦਿਖਾਈ ਪਰਵਰਦਿਗਾਰ। ਔਲਾਦ ਦਾ ਜਿਹੜਾ ਗਮ ਔਰ ਦੁੱਖ ਹੈ ਨਾ, ਇਨਸਾਨ ਨੂੰ ਨਾ ਜਿੰਦਿਆਂ 'ਚ ਰਹਿਣ ਦਿੰਦਾ ਨਾ ਮੁਰਦਿਆਂ 'ਚ। ਅੱਲਾ ਪਾਕ ਕਿਸੇ ਦੁਸ਼ਮਣ ਨੂੰ ਵੀ ਔਲਾਦ ਦਾ ਗਮ ਨਾ ਦਿਖਾਏ। ਬਸ ਜੀ, ਅੱਲਾ ਦੇ ਫੈਸਲੇ, ਅੱਲਾ ਦੀ ਰਜ਼ਾ ਵਾ, ਉਹਦੀ ਮਰਜ਼ੀ ਆ, ਉਹਦੇ ਅੱਗੇ ਇਨਸਾਨ ਦਾ ਕੋਈ ਜ਼ੋਰ ਨਹੀਂ। ਇਨਸਾਨ ਨੂੰ ਆਮੀਨ ਹੀ ਕਹਿਣਾ ਪੈਂਦਾ ਔਰ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੀ ਕਹਿਣਾ ਪੈਂਦਾ। ਕੀ ਕਹਿ ਸਕਦਾ ਇਨਸਾਨ? ਉਹਦੀਆਂ ਅਮਾਨਤਾਂ ਵਾ ਜੀ, ਉਹ ਜਦੋਂ ਚਾਹਵੇ ਵਾਪਸ ਲੈ ਲੈ, ਜਦੋਂ ਚਾਹਵੇ ਉਹ ਅਤਾ ਵੀ ਤਾਂ ਉਹੀ ਕਰਦਾ ਨਾ। ਹੋਰ ਉਹਦੇ ਸਿਵਾ ਦੇਣ ਵਾਲਾ ਵੀ ਤਾਂ ਕੋਈ ਨਹੀਂ ਨਾ, ਉਹਦੇ ਸਿਵਾ ਨਾ ਕੋਈ ਦੇਣ ਵਾਲਾ। ਉਹਦੀਆਂ ਅਮਾਨਤਾਂ ਜਦੋਂ ਚਾਹਵੇ ਉਹ ਆਪਣੀ ਅਮਾਨਤ ਵਾਪਸ ਲੈ ਲੈ। ਔਲਾਦ ਇੱਕ ਅਮਾਨਤ ਆ, ਸਾਰੀਆਂ ਚੀਜ਼ਾਂ ਹੀ ਸਾਡੇ ਕੋਲ ਅਮਾਨਤ ਆ, ਰਿਜ਼ਕ ਆ, ਹਰ ਚੀਜ਼ ਆ, ਅੱਲਾ ਪਾਕ ਨਵਾਜ਼ਦਾ। ਮਗਰ ਉਹ ਜਿਹਨੂੰ ਚਾਹਵੇ ਅਤਾ ਕਰੇ, ਜਿਹਨੂੰ ਚਾਹਵੇ ਵਾਪਸ ਲਵੇ। ਅਤੇ ਇਨਸਾਨ ਦਾ ਕੋਈ ਬਸ ਨਹੀਂ ਹੈਗਾ ਸਿਵਾਏ ਸ਼ੁਕਰ ਦੇ ਔਰ ਕਲਮਾ ਕਹਿਣ ਦੇ ਔਰ ਉਹਦੀ ਰਜ਼ਾ ਨਾਲ ਰਾਜ਼ੀ ਰਹਿਣ ਦੇ। ਅੱਲਾ ਪਾਕ ਉਹਨਾਂ ਦੀ ਮਾਂ ਨੂੰ ਹਿੰਮਤ ਔਰ ਹੌਸਲਾ ਦੇਵੇ ਇਹ ਸਦਮਾ ਬਰਦਾਸ਼ਤ ਕਰਨੇ ਦੀ। ਪਹਿਲੇ ਉਹਨਾਂ ਦੀ ਜਵਾਨ ਬੇਟੀ ਦੀ ਮੌਤ ਹੋ ਗਈ ਸੀ ਅਤੇ ਹੁਣ ਬੇਟਾ ਚਲਾ ਗਿਆ ਜੀ। ਉਸ ਮਾਂ ਵਾਸਤੇ ਤਾਂ ਬਹੁਤ ਤਕਲੀਫ ਦੀ ਚੀਜ਼ ਆ। ਉਹ ਤਾਂ ਬੇਟੀ ਨੂੰ ਨਹੀਂ ਭੁੱਲੀ ਸੀ ਅਤੇ ਅੱਲਾ ਨੇ ਬੇਟੇ ਦਾ ਵੀ ਸਦਮਾ ਲਾ ਦਿੱਤਾ। ਇਹ ਜੀ ਔਲਾਦ ਜਿਹੜੀ ਆ ਨਾ, ਇਹ ਬਹੁਤ ਆਜ਼ਮਾਇਸ਼ ਆ ਇਨਸਾਨ ਵਾਸਤੇ। ਔਲਾਦ, ਅੱਲਾ ਪਾਕ ਔਲਾਦ ਦਾ ਦੁੱਖ ਕਿਸੇ ਨੂੰ ਨਾ ਦੇਵੇ। ਦੂਸਰੀ ਗੱਲ ਇਹ ਕਿ ਇੱਥੇ ਨਾ ਸਾਡੇ ਇਲਾਕੇ 'ਚ ਨਾ ਕਦੀ ਇੰਨੀ ਸਰਦੀ ਨਹੀਂ ਹੋਈ ਸੀ। ਬਹੁਤ ਜ਼ਿਆਦਾ ਸਰਦੀ ਹੋ ਗਈ ਆ। ਇਸ ਕਦਰ ਸਰਦੀ ਹੋ ਗਈ ਆ ਕਿ ਅੱਜ ਮੈਂ ਮਗਰਬ ਦੀ ਨਮਾਜ਼ ਆਪਣੇ ਅੱਗੇ ਹੀਟਰ ਰੱਖ ਕੇ ਪੜ੍ਹੀ, ਮੈਨੂੰ ਇੰਨੀ ਸਰਦੀ ਲੱਗ ਰਹੀ ਸੀ। ਪੂਰੇ ਮਤਲਬ ਜਨੂਬੀ ਏਸ਼ੀਆ 'ਚ ਕਦੀ, ਜਨੂਬੀ ਪੰਜਾਬ 'ਚ ਕਦੀ ਇੰਨੀ ਸਰਦੀ ਨਹੀਂ ਪਈ ਸੀ ਜਿੰਨੀ ਹੁਣ ਰਿਕਾਰਡ ਸਰਦੀ ਪੈ ਰਹੀ ਆ। ਸੂਰਜ ਤਾਂ ਨਿਕਲਿਆ ਹੀ ਨਹੀਂ। 2024 ਦਾ ਸੂਰਜ ਜਿਹੜਾ ਨਾ, ਉਹ ਅੱਜ ਇੱਕ ਥੋੜ੍ਹਾ ਜਿੰਨਾ ਨਿਕਲਿਆ ਜਾਂ ਕੱਲ੍ਹ ਨਿਕਲਿਆ, ਅਤੇ ਸੂਰਜ ਹੀ ਨਹੀਂ ਨਿਕਲਦਾ। ਸੂਰਜ ਨੂੰ ਮੈਂ ਤਾਂ ਕਹਿੰਦੀ ਸੀ ਪਤਾ ਨਹੀਂ ਸੂਰਜ ਨਾਰਾਜ਼ ਹੀ ਹੋ ਗਿਆ ਸਾਡੇ ਨਾਲ ਕਿ ਉਹਦੀ ਮਾਂ ਨੇ ਕਹਿ ਦਿੱਤਾ ਕਿ ਸਰਦੀ ਬਹੁਤ ਜ਼ਿਆਦਾ ਵਾ ਅਤੇ ਬਾਹਰ ਨਾ ਨਿਕਲੀ। ਅੱਜ ਨਾ ਸ਼ਾਇਦ ਇਸ ਲਈ ਸੂਰਜ ਨਹੀਂ ਨਿਕਲਦਾ। ਸ਼ੁਕਰ ਅਲਹਮਦੁਲਿਲਾ, ਕੱਲ੍ਹ ਧੁੱਪ ਨਿਕਲੀ, ਅੱਜ ਵੀ ਧੁੱਪ ਨਿਕਲੀ। ਅੱਲਾ ਦਾ ਲੱਖ ਲੱਖ ਸ਼ੁਕਰ ਆ। ਅਤੇ ਹੋਰ ਜਨਾਬ, ਆਪਣੇ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਮੇਰੀਆਂ ਵੀਡੀਓਜ਼ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੇਰਾ ਚੈਨਲ ਥੋੜ੍ਹਾ ਪ੍ਰਮੋਟ ਹੋਵੇ। ਔਰ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਆਪਣੇ ਚੈਨਲ ਨੂੰ ਅੱਗੇ ਲਿਜਾਣ ਦੀ, ਮਗਰ ਤੁਹਾਡੇ ਭੈਣਾਂ ਭਰਾਵਾਂ ਵੀਰਾਂ ਦੇ ਪਤਾ ਨਹੀਂ ਤੁਸੀਂ ਕਿਉਂ ਨਹੀਂ ਮੇਰੀਆਂ ਵੀਡੀਓਜ਼ ਦੇਖਦੇ। ਹਾਲਾਂਕਿ ਮੈਂ ਇਹਨਾਂ ਨੂੰ ਮਿਹਨਤ ਨਾਲ ਬਣਾਉਂਦੀ ਹਾਂ ਔਰ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਅੱਗੇ ਅੱਛੀਆਂ ਰੈਸਪੀਆਂ ਲੈ ਕੇ ਆਵਾਂ ਔਰ ਅੱਛੀ ਗੱਲਬਾਤ ਵੀ ਅੱਛੀ ਕਰਾਂ। ਅਤੇ ਆਪਣੇ ਘਰਾਂ 'ਚ ਖੁਸ਼ ਆਬਾਦ ਰਹੋ। ਅਤੇ ਇਹਦੇ ਇਲਾਵਾ ਜਨਾਬ ਹੋਰ ਕੋਈ ਹਦੀਸ ਸ਼ੇਅਰ ਕਰ ਲੈਂਦੇ ਹਾਂ। ਮੇਰਾ ਖਿਆਲ ਆ ਮੈਂ ਤੁਹਾਡੇ ਨਾਲ ਪਹਿਲੇ ਵੀ ਇਹ ਹਦੀਸ ਸ਼ੇਅਰ ਕੀਤੀ ਸੀ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਫਾ ਗੋਸ਼ਤ ਲੈ ਕੇ ਆਏ ਘਰ 'ਚ। ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅੰਹਾ ਨੂੰ ਫਰਮਾਇਆ, ਆਇਸ਼ਾ ਅੱਜ ਨਾ ਸ਼ੋਰਬਾ ਜ਼ਰਾ ਜ਼ਿਆਦਾ ਕਰ ਲਈ। ਅਤੇ ਹਜ਼ਰਤ ਆਇਸ਼ਾ ਨੇ ਫਰਮਾਇਆ, ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਕੀ ਕੋਈ ਮਹਿਮਾਨ ਆ ਰਹੇ ਆ ਘਰ 'ਚ? ਅਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਨਹੀਂ, ਖਦੀਜਾ ਦੀਆਂ ਕੁਝ ਸਹੇਲੀਆਂ, ਮੈਨੂੰ ਪਤਾ ਲੱਗਾ ਕਿ ਮਦੀਨਾ ਸ਼ਰੀਫ 'ਚ ਤਸ਼ਰੀਫ ਲਿਆਈਆਂ ਅਤੇ ਮੈਂ ਉਹਨਾਂ ਨੂੰ ਗੋਸ਼ਤ ਦਾ ਸ਼ੋਰਬਾ ਭੇਜਣਾ ਚਾਹੁੰਦਾ ਉਹਨਾਂ ਨੂੰ ਸਾਲਣ। ਅਤੇ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅੰਹਾ ਨੇ ਫਰਮਾਇਆ, ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਤੁਸੀਂ ਹਮੇਸ਼ਾ ਹਜ਼ਰਤ ਆਇਸ਼ਾ ਨੂੰ ਯਾਦ ਕਰਦੇ ਹੋ, ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅੰਹਾ ਨੂੰ ਯਾਦ ਕਰਦੇ ਹੋ। ਅਤੇ ਹਾਲਾਂਕਿ ਮੈਂ ਜ਼ਿਆਦਾ ਖੂਬਸੂਰਤ ਹਾਂ, ਜਵਾਨ ਹਾਂ,
ਤੇ ਉਹ ਤੁਹਾਡੇ ਤੋਂ ਉਮਰ ਤੋਂ ਵੀ ਜ਼ਿਆਦਾ ਵੱਡੀਆਂ ਸੀ ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ, ਮਗਰ ਮੈਂ ਸੁਣਿਆ ਕਿ ਉਹ ਬਹੁਤ ਜ਼ਿਆਦਾ ਖੂਬਸੂਰਤ ਵੀ ਨਹੀਂ ਸੀ। ਆਪ ਸੱਲੱਲਾਹੁ ਅਲੈहि ਵਸੱਲਮ ਨੇ ਜਦੋਂ ਹਜ਼ਰਤ ਆਇਸ਼ਾ ਨੇ ਅੱਖਾਂ ਚੁੱਕ ਕੇ ਦੇਖਿਆ ਤੇ ਆਪ ਸੱਲੱਲਾਹੁ ਅਲੈहि ਵਸੱਲਮ ਦੇ ਚਿਹਰੇ ਮੁਬਾਰਕ ਤੇ ਜਲਾਲ ਸੀ, ਤੇ ਉਹ ਹਜ਼ਰਤ ਆਇਸ਼ਾ ਦੀਆਂ ਅੱਖਾਂ 'ਚ ਆਂਸੂ ਆ ਗਏ। ਉਹਨਾਂ ਨੇ ਫਰਮਾਇਆ, ਯਾ ਰਸੂਲੁल्लाह ਸੱਲੱਲਾਹੁ ਅਲੈहि ਵਸੱਲਮ, ਮੇਰਾ ਬਿਲਕੁਲ ਵੀ ਇਰਾਦਾ ਨਹੀਂ ਸੀ ਕਿ ਮੈਂ ਤੁਹਾਨੂੰ ਗਮਗੀਨ ਕਰਦਾ ਜਾਂ ਤਾਂ ਤੁਸੀਂ ਮਤਲਬ ਮੈਂ ਤਾਂ ਵੈਸੇ ਹੀ ਇੱਕ ਜੁਮਲਾ ਬੋਲਿਆ। ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਇੱਕਦਮ ਨਰਮੀ ਇਖਤਿਆਰ ਕੀਤੀ ਔਰ ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਆਇਸ਼ਾ, ਖਦੀਜਾ ਮੇਰੀ ਦੁੱਖਾਂ ਦੀ ਸਾਥੀ ਸੀ। ਜਦੋਂ ਮੈਨੂੰ ਮੱਕਾ ਸ਼ਰੀਫ 'ਚ ਕੋਈ ਲੋਕ ਜ਼ੁਲਮ ਕਰਦੇ ਸੀ, ਜ਼ਿਆਦਤੀਆਂ ਕਰਦੇ ਸੀ ਮੇਰੇ 'ਤੇ, ਉਹਨਾਂ ਦਿਨਾਂ 'ਚ ਖਦੀਜਾ ਨੇ ਮੈਨੂੰ ਆਸਰਾ ਦਿੱਤਾ, ਸਹਾਰਾ ਦਿੱਤਾ। ਉਹਨਾਂ ਨੇ ਆਪਣਾ ਜਾਨ ਮਾਲ ਹਰ ਚੀਜ਼ ਮੇਰੇ ਅੱਗੇ ਪੇਸ਼ ਕਰ ਦਿੱਤੀ ਕਿ ਯਾ ਰਸੂਲੁल्लाह ਸੱਲੱਲਾਹੁ ਅਲੈहि ਵਸੱਲਮ। ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ, ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ, ਬਹੁਤ ਮਾਲਦਾਰ ਖਾਤੂਨ ਸੀ ਔਰ ਬਹੁਤ ਮਤਲਬ ਉਹਨਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਸੀ। ਮੁਲਕ ਸ਼ਾਮ, ਮਿਸਰ, ਮਿਸਰ ਦੇ ਬਾਜ਼ਾਰ 'ਚ ਉਹਨਾਂ ਦਾ ਸਮਾਨ ਜਾਂਦਾ ਸੀ। ਮਗਰ ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਜਦੋਂ ਹਜ਼ਰਤ ਨਬੀ ਸੱਲੱਲਾਹੁ ਅਲੈहि ਵਸੱਲਮ ਨਾਲ ਸ਼ਾਦੀ ਕੀਤੀ ਤੇ ਉਹਨਾਂ ਨੇ ਆਪਣਾ ਸਾਰਾ ਮਾਲ ਇਸਲਾਮ ਦੀ ਰਾਹ 'ਚ ਵਕਫ ਕਰ ਦਿੱਤਾ ਸੀ ਔਰ ਇਸਲਾਮ ਦੀ ਰਾਹ 'ਚ ਆਪਣਾ ਮਾਲ ਬਸ ਜੀ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਬੜੀ ਅੱਛੀ ਤੁਹਾਡੇ ਨਾਲ ਗੱਲ ਕਰ ਰਹੀ ਸੀ। ਮੇਰਾ ਬੇਟਾ ਮਾਸ਼ਾਅੱਲਾ ਹੈ, ਅੱਲਾ ਇਹਨੂੰ ਜ਼ਿੰਦਗੀ ਦੇਵੇ, ਹੈ ਤੇ ਇਹ ਹੁਣ ਮੈਂ ਕੀ ਕਵਾਂ 37 ਸਾਲ ਦਾ, ਤੇ ਆ ਕੇ ਮੈਨੂੰ ਹਸਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਮਾਂ ਦੀ ਵੀਡੀਓ ਦੀ ਵਾਇਸ ਓਵਰ ਖ਼ਰਾਬ ਹੋ ਜਾਏ। ਮਗਰ ਮੈਂ ਵੀ ਇਹਦੀ ਹੀ ਮਾਂ ਵਾਂ, ਮੈਂ ਗੱਲ ਜਾਰੀ ਹੀ ਰੱਖੂੰਗੀ। ਤੇ ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਅਨਹਾ ਜਿਹੜੇ ਨਾ, ਉਹ ਬਹੁਤ ਅਮੀਰ ਖਾਤੂਨ ਸੀ। ਉਹਨਾਂ ਨੇ ਆਪਣਾ ਮਾਲ ਹਰ ਤਰ੍ਹਾਂ ਨਾਲ ਆਪ ਸੱਲੱਲਾਹੁ ਅਲੈहि ਵਸੱਲਮ ਦੀ ਖਿਦਮਤ 'ਚ ਪੇਸ਼ ਕਰ ਦਿੱਤਾ ਸੀ। ਤੇ ਹਜ਼ਰਤ ਆਇਸ਼ਾ ਨੂੰ ਫਰਮਾਇਆ, ਆਇਸ਼ਾ, ਉਹ ਮੇਰੀ ਦੁੱਖਾਂ ਦੀ ਸਾਥੀ ਸੀ, ਮੈਂ ਉਹਦੇ ਨਾਲ ਉਹਨਾਂ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ। ਤੇ ਔਰ ਹਜ਼ਰਤ ਖਦੀਜਾ ਦੀ ਜ਼ਿੰਦਗੀ 'ਚ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕੋਈ ਦੂਸਰੀ ਸ਼ਾਦੀ ਨਹੀਂ ਕੀਤੀ ਸੀ ਔਰ ਉਹਨਾਂ ਦੀ ਬੇਟੀ ਹੀ ਸੀ ਹਜ਼ਰਤ ਫਾਤਮਾ ਰਜ਼ੀ ਅੱਲਾਹ ਤਾਲਾ ਅਨਹਾ, ਜਿਨ੍ਹਾਂ ਨਾਲ ਆਪ ਸੱਲੱਲਾਹੁ ਅਲੈहि ਵਸੱਲਮ ਬਹੁਤ ਪਿਆਰ ਕਰਦੇ ਸੀ ਔਰ ਬਹੁਤ ਜ਼ਿਆਦਾ। ਜਦੋਂ ਉਹ ਤਸ਼ਰੀਫ ਲੈ ਕੇ ਆਉਂਦੀਆਂ ਸੀ, ਆਪਣੇ ਚਾਦਰ ਮੁਬਾਰਕ ਵਿਛਾ ਦਿੰਦੇ ਸੀ, ਖੜ੍ਹੇ ਹੋ ਕੇ ਮਿਲਦੇ ਸੀ ਔਰ ਆਪ ਸੱਲੱਲਾਹੁ ਅਲੈहि ਵਸੱਲਮ ਉਹਨਾਂ ਨੂੰ ਬੜੀ ਮੁਹੱਬਤ ਕਰਦੇ ਸੀ ਔਰ ਉਹਨਾਂ ਦੇ ਬੱਚਿਆਂ ਨੇ ਹੀ ਅੱਗੇ ਜਾ ਕੇ ਬਹੁਤ ਦੀਨ ਵਾਸਤੇ ਕੁਰਬਾਨੀਆਂ ਦਿੱਤੀਆਂ। ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ। ਸ਼ੋਹਦਾ ਕਰਬਲਾ ਦਾ ਜਿਹੜਾ ਹੈ ਸਾਨਹਾ, ਉਹਨੂੰ ਕੌਣ ਭੁੱਲ ਸਕਦਾ। ਮੈਂ ਕਹਿੰਦੀ ਹਾਂ ਕਿ ਉਹ ਵੀ ਮਾਵਾਂ ਸੀ ਜਿਨ੍ਹਾਂ ਨੇ ਆਪਣੇ ਮਾਸੂਮ ਬੱਚੇ ਨੇਜ਼ਿਆਂ 'ਤੇ ਦੇਖੇ ਔਰ ਅਸੀਂ ਇੱਕ ਗੁਨਾਹਗਾਰ ਮਾਵਾਂ ਵਾਂ ਜਿਹੜੀਆਂ ਆਪਣੇ ਬੱਚਿਆਂ ਦੀ ਤਕਲੀਫ ਬਰਦਾਸ਼ਤ ਨਹੀਂ ਕਰ ਸਕਦੀਆਂ ਔਰ ਉਹਨਾਂ ਨੂੰ ਜ਼ਰਾ ਜਿੰਨੀ ਤਕਲੀਫ ਹੁੰਦੀ ਤੇ ਸਾਡੀਆਂ ਚੀਖਾਂ ਨਿਕਲ ਜਾਂਦੀਆਂ ਵਾ, ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ। ਔਰ ਉਹ ਵੀ ਮਾਵਾਂ ਸੀ ਜਿਨ੍ਹਾਂ ਨੇ ਆਪਣੇ ਬੱਚੇ ਮਾਸੂਮ, ਬਿਲਕਦੇ, ਪਿਆਸੇ, ਹਰ ਤਰ੍ਹਾਂ ਦੇ ਦੇਖੇ। ਅੱਲਾਹ ਪਾਕ ਉਹਨਾਂ ਮਾਵਾਂ ਦੇ ਸਦਕੇ ਹੀ ਸਾਨੂੰ ਹਿੰਮਤ ਔਰ ਹੌਸਲਾ ਅਤਾ ਫਰਮਾਵੇ ਕਿ ਆਪਣੇ ਬੱਚੇ ਜਿਹੜੇ ਨਾ, ਉਹਨਾਂ ਦੇ ਬਸ ਜੀ ਅੱਲਾਹ ਪਾਕ ਕਿਸੇ ਨੂੰ ਔਲਾਦ ਦਾ ਦੁੱਖ ਨਾ ਦਿਖਾਏ। ਮੈਂ ਹਮੇਸ਼ਾ ਬਾਰ ਇਹੀ ਦੁਆ ਕਰਦੀ ਹਾਂ। ਮਗਰ ਜਿਨ੍ਹਾਂ ਨੂੰ ਅੱਲਾਹ ਨੇ ਤਕਲੀਫ ਇਹ ਦਿੱਤੀ ਹੈ, ਅੱਲਾਹ ਉਹਨਾਂ ਨੂੰ ਹਿੰਮਤ ਔਰ ਹੌਸਲਾ ਦੇਵੇ ਤਾਂ ਕਿ ਉਹ ਆਪਣੇ ਸਬਰ, ਹਿੰਮਤ ਔਰ ਹੌਸਲੇ ਨਾਲ ਉਹਨੂੰ ਆਪਣਾ ਬਰਦਾਸ਼ਤ ਕਰਨ। ਤੇ ਦੂਸਰੀ ਮੇਰੀ ਗੱਲ ਇਹ ਹੈ ਜੀ ਤੁਹਾਡੇ ਅੱਗੇ ਕਿ ਮੇਰੀ ਬੇਟੀ ਦਾ ਪੇਜ ਆ ਫੇਸਬੁੱਕ 'ਤੇ, ਇਰਮਸ ਕਿਚਨ ਦੇ ਨਾਂ ਤੋਂ, ਹੋਮ ਸ਼ੈਫ ਦੇ ਤੌਰ 'ਤੇ ਉਹ ਕੰਮ ਕਰਦੀਆਂ। ਤੁਸੀਂ ਪਲੀਜ਼ ਉਹਨਾਂ ਦਾ ਪੇਜ ਵਿਜ਼ਿਟ ਕਰੋ, ਮੁਲਤਾਨ ਦੇ ਇਲਾਕੇ 'ਚ ਸਿਰਫ। ਔਰ ਤੁਸੀਂ ਉਹਨਾਂ ਦਾ ਪੇਜ ਵਿਜ਼ਿਟ ਕਰਕੇ ਉਹਨਾਂ ਨੂੰ ਕੋਈ ਕਿਸੇ ਵੀ ਕਿਸਮ ਦਾ ਖਾਣਾ ਆਰਡਰ ਕਰ ਸਕਦੇ ਆ। ਬਹੁਤ ਅੱਛਾ ਟੇਸਟ ਅੱਲਾਹ ਪਾਕ ਨੇ ਉਹਦੇ ਹੱਥ 'ਚ ਦਿੱਤਾ। ਔਰ YouTube ਚੈਨਲ ਆ ਉਹਦਾ, ਇਰਮਸ ਕਿਚਨ ਐਂਡ ਯੂਸਫ ਕਮਰ ਇੰਟਰਪ੍ਰਾਈਜ਼ਿਸ ਦੇ ਨਾਂ ਤੋਂ। ਉਹਦਾ ਤੁਸੀਂ YouTube ਚੈਨਲ ਵਿਜ਼ਿਟ ਕਰੋ ਔਰ ਉਹ ਵਰਲਡ ਓਵਰ ਆਪਣਾ ਡਿਲੀਵਰੀਜ਼ ਵੀ ਦੇ ਦਿੰਦੀਆਂ। ਨਵਾਂ ਉਹਨੇ ਕੰਮ ਸਟਾਰਟ ਕੀਤਾ। ਤੁਸੀਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਅਤੇ ਮੇਰੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ, ਸ਼ੇਅਰ ਔਰ ਲਾਈਕ ਕਰ ਦਿਆ ਕਰੋ ਤਾਂ ਕਿ ਮੇਰਾ ਚੈਨਲ ਵੀ ਥੋੜ੍ਹਾ ਜਿਹਾ ਅੱਗੇ ਜਾਵੇ। ਬਹੁਤ ਸ਼ੁਕਰੀਆ ਤੁਹਾਡਾ। ਇਹਦੇ ਨਾਲ ਹੀ ਚਾਹੁੰਦੀ ਹਾਂ ਇਜਾਜ਼ਤ। ਅੱਲਾਹ ਹਾਫਿਜ਼। ਆਪਣੇ ਘਰਾਂ 'ਚ ਖੁਸ਼ ਆਬਾਦ ਰਹੋ।